ਪਰ ਖਾਸ ਕਰਕੇ ਜਿੱਥੇ ਭਗਤ ਬਾਣੀ ਹੈ, ਜਿਵੇਂ ਕਬੀਰ ਸਾਹਿਬ ਜੀ ਦੇ ਸ਼ਬਦ ਜਾਂ ਬਾਬਾ ਫਰੀਦ ਜੀ ਦੇ ਸ਼ਬਦ ਆਉਂਦੇ ਨੇ, ਉਹਨਾਂ ਦੇ ਭਾਵ ਹੋਰ ਜ਼ਿਆਦਾ ਡੂੰਘੇ ਹੁੰਦੇ ਨੇ, ਸਮਝਣ ਦੀ ਲੋੜ। ਤੋ ਇਸੇ ਕਰਕੇ ਕਾਫੀ ਸਮੇਂ ਤੋਂ ਇਹ ਚੱਲ ਰਿਹਾ ਕਿ ਹਰੇਕ ਸ਼ੁੱਕਰਵਾਰ ਇੱਕ ਐਸਾ ਸ਼ਬਦ ਲਿਆ ਜਾਏ ਜਿਹਦੀ ਸ਼ਬਦਾਵਲੀ ਜਾਂ ਜਿਹਦੇ ਡੂੰਘੇ ਭਾਵ ਜਿਹੜੇ ਨੇ ਉਹ ਸਮਝਣ ਲਈ ਸਾਨੂੰ ਸਮਾਂ ਮਿਲ ਸਕੇ। ਤੋ ਐਸਾ ਹੀ ਇੱਕ ਅੱਜ ਸ਼ਬਦ ਜਿਹੜਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 480 ਤੇ ਸ਼ੋਭਤ ਹੈ। ਇਹ ਕਬੀਰ ਸਾਹਿਬ ਜੀ ਤੋਂ ਉਚਾਰਨ ਕੀਤਾ ਆਸਾ ਰਾਗ ਵਿੱਚ ਹੈ। ਸਰਪਨੀ ਤੇ ਉਪਰਨੀ ਬਲਿਆ ਜਿਨ ਬ੍ਰਹਮਾ ਵਿਸ਼ਨ ਮਹਾਦੇਵ ਛਲੀ। ਤੋ ਆਓ ਸਤ ਸੰਗਿਓ ਇਸ ਸ਼ਬਦ ਦੀ ਵਿਚਾਰ ਆਪਾਂ ਸੁਣਦੇ ਹਾਂ ਭੈਣ ਮਨਿੰਦਰ ਜੀ ਕੋਲੋਂ। ਤੋ ਉਹਨਾਂ ਨੂੰ ਬੇਨਤੀ ਹੈ ਕਿ ਉਹ ਕਿਰਪਾ ਕਰਕੇ ਸ਼ਬਦ ਉਚਾਰ ਪ੍ਰਾਰੰਭ ਕਰਨ ਜੀ। ਭੈਣ ਮਨਿੰਦਰ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਪਹਿਲਾਂ ਸ਼ਬਦ ਸਰਵਣ ਕਰਦੇ ਹਾਂ। ਆਸਾ ਇੱਕ ਤੁਕੇ ਚਾਰ। ਸਰਪਨੀ ਤੇ ऊपर नहीं बलिया जिन ब्रह्मा विष्ण महादेव छलिया। मार मार सरपनी निर्मल जल पैठी जिन त्रिभुवन डसियले गुर प्रसाद डीठी राव। सरपनी सरपनी क्या कहो भाई जिन साच पछान्या तिन सरपनी खाई। सरपनी ते आन छूछ नहीं अवरा सरपनी जीती कहाँ करे जमरा। ए सरपनी ताकी कीती होई बल अबल क्या इसते होई। एह बस्ती ता बस्त शरीरा गुर प्रसाद सहज तरे कबीरा। एह बस्ती ता बस्त शरीरा गुर प्रसाद सहज तरे कबीरा। ਇਹ ਸ਼ਬਦ ਜਿਹੜਾ ਹੁਣੇ ਅਸੀਂ ਸਰਵਨ ਕੀਤਾ ਹੈ, ਇਹ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 480 ਤੇ ਦਰਜ ਹੈ। ਇਸ ਸ਼ਬਦ ਦਾ ਸਿਰਲੇਖ ਹੈ ਆਸਾ ਇੱਕ ਤੁਕੇ ਚਾਰ। ਇਸ ਤੋਂ ਭਾਵ ਹੈ ਕਿ ਆਸਾ ਰਾਗ ਵਿੱਚ ਕਬੀਰ ਸਾਹਿਬ ਜੀ ਦੇ ਇੱਕ ਤੁਕੇ ਦੇ 4 ਸ਼ਬਦ ਹਨ। ਅੱਜ ਅਸੀਂ ਉਹਨਾਂ ਵਿੱਚੋਂ ਇੱਕ ਤੁਕੇ ਦੇ ਪਹਿਲੇ ਸ਼ਬਦ ਦੀ ਵਿਚਾਰ ਕਰਨੀ ਹੈ। इस शब्द राही कबीर साहब जी ने समझाया है कि माया सिर्फ पैसा नहीं है। असी गल करते हाँ माया नू हाथ नहीं लाना, कई बाबे माया नू हाथ नहीं लांदे, पर माया बिना जिंदगी नहीं चलती, सारे विकास रुक जाएंगे। माया बिना सारे काम रुक जाएंगे। माया गुजरान है, पर गुरु साहब जिस माया की गल कर रहे हैं वो है जिस तो हरि विसर जाता है। आनंद साहब जी विच गुरु अमरदास साहब जी ने भी फरमाया है, जैसी अगन उदर में तैसी बाहर माया, माया अगन सब इको जेही करते खेल रचाया। जां तिस पाना ता जम्या परवार भला पाया, लिव छुड़की लगी तृष्णा माया अमर वर्ताया। ए माया जित हर विसरै मोह उपजै पाओ दूजा लाया। कह नानक गुर प्रसादी जिन्ना लिव लागी तिन्नी विचे माया पाया। इस बंद विच भी गुरु साहब यही समझा रहे हैं कि करतार ने खेड ही ऐसी रची है कि पैदा होंदे ही बच्चे दा मोह परिवार नाल पै जांदा है, प्रभु नालों प्रीत दी तंद टूट जाती है। पर जिन्हां ते परमात्मा दी मेहर होंदी है वो माया विच विचरदे होए भी उस तो निर्लेप रहंदे हन। इस तो समझ आंदी है कि गुरु साहब जिस माया दी गल कर रहे हैं वो है जिस तो हरि विसर जाता है।
ਇਸ ਗੱਲ ਨੂੰ ਹੀ ਕਬੀਰ ਸਾਹਿਬ ਜੀ ਵੀ ਰਹਾਉ ਬੰਦ ਵਿੱਚ ਖੋਲਦੇ ਪਏ ਹਨ ਕਿ ਰਹਾਉ ਦੀ ਪੰਕਤੀ ਹੈ, ਮਾਰ ਮਾਰ ਸ੍ਰਪਨੀ ਨਿਰਮਲ ਜਲ ਪੈਠੀ, ਜਿਨ ਤ੍ਰਿਭਵਨ ਡਸੀਲੇ ਗੁਰ ਪ੍ਰਸਾਦੀ ਡਿੱਠੀ। ਮਾਰ ਮਾਰ ਮਤਲਬ ਮਾਰੋ ਮਾਰ ਕਰਦੀ ਜਾਂ ਬੜੇ ਜ਼ੋਰਾਂ ਵਿੱਚ ਆਈ ਹੋਈ। ਸ੍ਰਪਨੀ ਇੱਥੇ ਮੋਹ ਦਾ ਡੰਗ ਮਾਰਨ ਵਾਲੀ ਮਾਇਆ ਲਈ ਆਇਆ ਹੈ। ਨਿਰਮਲ ਜਲ ਤੋਂ ਭਾਵ ਪਵਿੱਤਰ ਜਲ ਹੈ। ਇੱਥੇ ਸਤਸੰਗ ਲਈ, ਗੁਰੂ ਦੀ ਸੰਗਤ ਲਈ ਵਰਤਿਆ ਹੈ। ਤੇ ਲੱਲੇ ਨੂੰ ਸਿਹਾਰੀ ਹੈ, ਮਤਲਬ ਹੈ ਕਿ ਜਲ ਵਿੱਚ। ਪੈਠੀ ਤੋਂ ਭਾਵ ਹੈ ਆ ਬੈਠਦੀ ਹੈ, ਸ਼ਾਂਤ ਹੋ ਜਾਂਦੀ ਹੈ। ਜਿਨੀ, ਜਿਸਨੇ, ਤੇ ਤ੍ਰਿਭਵਨ ਭਾਵ ਸਾਰਾ ਸੰਸਾਰ, ਡਸੀਲੇ ਡੰਗ ਮਾਰਿਆ ਜਾਂ ਡਸਿਆ ਹੋਇਆ ਹੈ, ਜਿਸਨੇ ਡੰਗ ਮਾਰਿਆ ਹੋਇਆ ਜਾਂ ਡਸਿਆ ਹੋਇਆ ਹੈ। ਗੁਰ ਪ੍ਰਸਾਦੀ, ਗੁਰੂ ਦੀ ਕਿਰਪਾ ਦੁਆਰਾ। ਡਿੱਠੀ, ਡਿੱਠੀ ਤੋਂ ਭਾਵ ਹੈ ਦਿਸ ਪੈਣਾ। ਤੇ ਇਹ ਮਾਇਆ ਜਿਹੜੀ ਹੈ ਇਹ ਪ੍ਰਬਲ ਹੈ। ਸਾਰੀ ਲੋਕਾਈ ਨੂੰ, ਸਾਰੇ ਜਗਤ ਨੂੰ ਹੀ ਇਸਨੇ ਆਪਣੀ ਮੁੱਠੀ ਵਿੱਚ ਕੀਤਾ ਹੋਇਆ ਹੈ। ਕੋਈ ਵੀ ਇਸ ਤੋਂ ਬਚ ਨਹੀਂ ਸਕਿਆ। ਇਸ ਨੂੰ ਪਹਿਲੇ ਹੀ ਬੰਦ ਵਿੱਚ ਕਬੀਰ ਸਾਹਿਬ ਜੀ ਨੇ ਸਮਝਾਇਆ ਹੈ। ਪਰ ਜਦੋਂ ਇਹ ਨਿਰਮਲ ਜਲ ਭਾਵ ਗੁਰੂ ਦੀ ਸੰਗਤ ਦੇ ਦਾਇਰੇ ਵਿੱਚ ਆਉਂਦੀ ਹੈ, ਇੱਥੇ ਗੱਲ ਮਨ ਦੀ ਹੋ ਰਹੀ ਹੈ। ਵੈਸੇ ਤੇ ਇਸਨੇ ਬੰਦੇ ਦੇ ਮਨ ਨੂੰ ਮਾਰਿਆ ਹੋਇਆ ਹੈ, ਮਤਲਬ ਕਾਬੂ ਕੀਤਾ ਹੋਇਆ ਹੈ। ਮਾਰ ਮਾਰ ਸ੍ਰਪਨੀ ਨਿਰਮਲ ਜਲ ਪੈਠੀ, ਪਰ ਜਿਹੜਾ ਮਨ ਨਿਰਮਲ ਜਲ ਦਾ ਭਰਿਆ ਹੁੰਦਾ ਹੈ, ਨਾਮ ਰਸ ਦਾ ਭਰਿਆ ਹੁੰਦਾ ਹੈ, ਉਸ ਵਿੱਚ ਇਹ ਆਂਦੀ ਹੀ ਨਹੀਂ ਹੈ, ਉੱਥੇ ਟਿਕ ਹੀ ਨਹੀਂ ਪਾਉਂਦੀ। ਵੈਸੇ ਤੇ ਮਾਇਆ ਦਾ ਕੋਈ ਫਿਜ਼ੀਕਲ ਰੂਪ ਨਹੀਂ ਹੈ, ਪਰ ਗੁਰੂ ਸਾਹਿਬ ਜੀ ਕਹਿੰਦੇ ਨੇ ਜਿਹੜਾ ਮਨ ਇਸ ਦੇ ਅਧੀਨ ਹੁੰਦਾ ਹੈ, ਉਸ ਦੇ ਪ੍ਰਭਾਵ ਵਿੱਚ ਹੁੰਦਾ ਹੈ, ਉਸ ਵਿੱਚ ਇਹ ਕਮੀਆਂ ਪੇਸ਼ੀਆਂ ਨਜ਼ਰ ਆਉਂਦੀਆਂ ਹਨ, ਇਹ ਹਰਕਤਾਂ ਨਜ਼ਰ ਆਉਂਦੀਆਂ ਨੇ। ਤੇ ਪੰਚਮ ਪਾਤਸ਼ਾਹ ਦਾ ਇੱਕ ਸ਼ਬਦ ਹੈ, ਐਸੀ ਇਸਤਰੀ ਇੱਕ ਰਾਮ ਉਪਾਈ, ਉਨ ਸਭ ਜਗ ਖਾਇਆ, ਹਮ ਗੁਰ ਰਾਖੇ ਮੇਰੇ ਭਾਈ। ਫਿਰ ਕਹਿੰਦੇ ਹਨ, ਉਹ ਮਾਇਆ ਅਧੀਨ ਬੰਦਾ ਦਿਸਦਾ ਕਿਸ ਤਰ੍ਹਾਂ ਹੈ, ਤੇ ਮਾਥੇ ਤ੍ਰਿਕੁਟੀ ਦ੍ਰਿਸ਼ਟ ਕਰੂਰ, ਮੱਥੇ ਤੇ ਤ੍ਰਿਉੜੀਆਂ ਪਈਆਂ ਹੋਣ ਭਾਵ ਬੰਦਾ ਗੁੱਸੇ ਵਿੱਚ ਹੀ ਰਹਿੰਦਾ ਹੈ। ਅੱਖਾਂ ਵਿੱਚ ਹਮੇਸ਼ਾ ਦੂਜੇ ਪ੍ਰਤੀ ਗੁੱਸੇ ਦੀ ਨਿਗਾਹ ਹੈ। ਬੋਲੇ ਕੌੜਾ ਜੇਬਾ ਕੀ ਫੂੜ, ਸਦਾ ਭੂਖੀ ਫਿਰ ਜਾਣੇ ਦੂਰ। ਗੁਰੂ ਸਾਹਿਬ ਨੇ ਉਸ ਬੰਦੇ ਦੀ ਹਾਲਤ ਪ੍ਰਗਟ ਕੀਤੀ। ਅੱਗੇ ਕਹਿੰਦੇ ਹਨ, ਐਸੀ ਇਸਤਰੀ ਇੱਕ ਰਾਮ ਉਪਾਈ, ਉਨ ਸਭ ਜਗ ਖਾਇਆ, ਹਮ ਗੁਰ ਰਾਖੇ ਮੇਰੇ ਭਾਈ। ਇਸ ਵਿੱਚ ਵੀ ਇਹੀ ਭਾਵ ਹੈ ਕਿ ਪਰਮਾਤਮਾ ਨੇ ਇੱਕ ਅਜਿਹੀ ਇਸਤਰੀ ਪੈਦਾ ਕੀਤੀ ਹੋਈ ਹੈ ਜਿਸਨੇ ਸਾਰੇ ਜਗਤ ਨੂੰ ਖਾ ਲਿਆ ਹੈ, ਪਰ ਮੈਨੂੰ ਗੁਰੂ ਨੇ ਉਸ ਮਾਇਆ ਰੂਪੀ ਇਸਤਰੀ ਤੋਂ ਬਚਾ ਕੇ ਰੱਖਿਆ ਹੈ। ਪਾਏ ਠਗੋਲੀ ਸਭ ਜਗ ਜੋਇਆ, ਉਸ ਬੰਦੇ ਦੇ ਹਾਲਤ ਪ੍ਰਗਟ ਕੀਤੇ। ਬ੍ਰਹਮਾ ਵਿਸ਼ਨ ਮਹਾਦੇਵ ਮੋਇਆ, ਗੁਰਮੁਖ ਨਾਮ ਲਗੇ ਸੇ ਸੋਇਆ। ਫਿਰ ਉਹ ਕਰਦਾ ਕੀ ਹੈ, ਵਰਤ ਨੇਮ ਕਰ ਥਾਕੇ ਪੁਨః ਚਰਨਾ, ਤਟ ਤੀਰਥ ਪਵੇ ਸਭ ਤਰਨਾ। ਪਰ ਸੇ ਉਬਰੇ ਜੇ ਸਤਗੁਰ ਕੀ ਸ਼ਰਨਾ, ਮਾਇਆ ਮੋਹ ਸਭੋ ਜਗ ਬਾਧਾ, ਹਉਮੈ ਪਚੇ ਮਨਮੁਖ ਮੂੰਹ ਰਾਖਾ। ਹਉਮੈ ਵਿੱਚ ਹੀ ਫਸਿਆ ਰਹਿੰਦਾ ਹੈ। ਗੁਰੂ ਨਾਨਕ ਬਾਹ ਪਕੜ ਹਮ ਰਾਖਾ। ਪੰਚਮ ਪਾਤਸ਼ਾਹ ਦਾ ਇਹ ਆਸਾ ਰਾਗ ਦਾ ਹੀ ਸ਼ਬਦ ਹੈ, ਜਿਸ ਵਿੱਚ ਮਾਇਆ ਦਾ ਪੂਰਾ ਪਿਕਚਰ ਬਣਾ ਕੇ ਸਾਡੇ ਸਾਹਮਣੇ ਰੱਖਿਆ ਹੈ ਕਿ ਮਾਇਆਧਾਰੀ ਬੰਦੇ ਦੀ ਨਿਗਾਹ ਗੁੱਸੇ ਨਾਲ ਹੀ ਭਰੀ ਹੁੰਦੀ ਹੈ। ਜੇਬਾ ਵੀ ਖਰਵੀ ਹੁੰਦੀ ਹੈ, ਸੋ ਹਮੇਸ਼ਾ ਕੌੜੇ ਬੋਲ ਬੋਲਦੀ ਹੈ। ਮਾਇਆ ਰੂਪੀ ਇਸਤਰੀ ਦੇ ਮੱਥੇ ਤੇ ਹਮੇਸ਼ਾ ਤ੍ਰਿਉੜੀ ਪਈ ਹੁੰਦੀ ਹੈ। ਉਹ ਪ੍ਰਭੂ ਪਤੀ ਨੂੰ ਦੂਰ ਸਮਝਦੀ ਹੈ, ਇਸ ਲਈ ਪਰਵਾਹ ਨਹੀਂ ਕਰਦੀ ਹੈ। ਇਹ ਮਾਇਆ ਲਈ ਹੈ ਕਿ ਉਸ ਪਰਮਾਤਮਾ ਨੇ ਮਾਇਆ ਰੂਪੀ ਇੱਕ ਐਸੀ ਇਸਤਰੀ ਪੈਦਾ ਕੀਤੀ ਹੋਈ ਹੈ ਜਿਸਨੇ ਸਾਰੇ ਜਗਤ ਨੂੰ ਆਪਣੇ ਕਾਬੂ ਵਿੱਚ ਕੀਤਾ ਹੋਇਆ ਹੈ, ਪਰ ਮੈਨੂੰ ਤੇ ਗੁਰੂ ਨੇ ਉਸ ਮਾਇਆ ਰੂਪੀ ਇਸਤਰੀ ਤੋਂ ਬਚਾ ਕੇ ਰੱਖਿਆ ਹੈ।
ਮਾਇਆ ਰੂਪ ਠੱਗ ਬੁੱਟੀ ਨੇ ਸਾਰੇ ਜਗ ਨੂੰ ਤੇ ਆਪਣੇ ਵਸ ਵਿੱਚ ਕੀਤਾ ਹੋਇਆ ਹੈ। ਬ੍ਰਹਮਾ, ਵਿਸ਼ਨੂੰ, ਸ਼ਿਵ ਆਦਿ ਨੂੰ ਵੀ ਉਸਨੇ ਆਪਣੇ ਮੋਹ ਵਿੱਚ ਫਸਾਇਆ ਹੋਇਆ ਹੈ। ਪਰ ਜੋ ਗੁਰੂ ਦੀ ਸ਼ਰਨ ਵਿੱਚ ਪੈ ਕੇ ਨਾਮ ਨਾਲ ਜੁੜ ਜਾਂਦੇ ਹਨ, ਉਹਨਾਂ ਦੀ ਆਤਮਕ ਅਵਸਥਾ ਉੱਚੀ ਹੋ ਜਾਂਦੀ ਹੈ। ਇਸੀ ਤਰ੍ਹਾਂ ਇਹ ਪੱਖ ਵੀ ਗੁਰੂ ਸਾਹਿਬ ਨੇ ਸਾਡੇ ਸਾਹਮਣੇ ਰੱਖਿਆ ਕਿ ਮਾਇਆ ਮਮਤਾ ਮੋਹਨੀ ਜਿਨ ਵਿਨ ਦੰਤਾ ਜਗ ਖਾਇਆ, ਮਨਮੁਖ ਖਾਦੇ ਗੁਰਮੁਖ ਉਬਰੇ, ਜਿਨੀ ਸਚ ਨਾਮ ਚਿਤ ਲਾਇਆ। ਕਬੀਰ ਸਾਹਿਬ ਜੀ ਵੀ ਇਹੀ ਕਹਿੰਦੇ ਹਨ, ਇਹ ਹੈ ਬੜੀ ਪ੍ਰਬਲ, ਪਰ ਜਦੋਂ ਜਿਹੜਾ ਮਨ ਨਿਰਮਲ ਜਲ ਦੀ ਸੰਗਤ ਵਿੱਚ ਆਉਂਦਾ ਹੈ, ਫਿਰ ਉੱਥੇ ਇਸ ਦਾ ਪ੍ਰਭਾਵ ਨਹੀਂ ਪੈਂਦਾ। ਤਿੰਨੋਂ ਭਵਨਾਂ ਨੂੰ ਭਾਵੇਂ ਇਸਨੇ ਡੰਗਿਆ ਹੋਇਆ ਹੈ, ਇਸ ਦੀ ਗ੍ਰਿਫ ਵਿੱਚ ਨੇ, ਪਰ ਗੁਰੂ ਦੀ ਬਖਸ਼ਿਸ਼ ਨਾਲ ਇਹ ਗੱਲ ਸਮਝ ਆ ਗਈ ਕਿ ਜਿੱਥੇ ਗੁਰੂ ਦਾ ਪ੍ਰਭਾਵ ਹੈ, ਉੱਥੇ ਇਸ ਦਾ ਪ੍ਰਭਾਵ ਨਹੀਂ ਚਲਦਾ। ਏਕਾ ਨਿਰਭਉ ਬਾਤ ਸੁਨੀ, ਸੋ ਸੁਖੀਆ ਸੋ ਸਦਾ ਸੁਹੇਲਾ, ਜੋ ਗੁਰਮਿਲ ਗਾਏ ਗੁਨੀ। ਰਾਗ ਮਾਰੂ ਦੇ ਇਸ ਸ਼ਬਦ ਰਾਹੀਂ ਵੀ ਇਹੀ ਗੱਲ ਸਮਝਾਈ ਹੈ ਕਿ ਇੱਕੋ ਹੀ ਗੱਲ ਹੈ ਜਿਹੜੀ ਮਨੁੱਖ ਨੂੰ ਡਰ ਤੋਂ ਰਹਿਤ ਕਰ ਦਿੰਦੀ ਹੈ, ਉਹ ਹੈ ਪਰਮਾਤਮਾ ਦੇ ਗੁਣ ਗਾਉਣਾ ਤੇ ਰਜ਼ਾ ਅਨੁਸਾਰ ਜ਼ਿੰਦਗੀ ਜੀਣੀ। ਜੋ ਇਹ ਸਿੱਖ ਲੈਂਦਾ ਹੈ, ਉਹ ਸਦਾ ਸੁਖੀ ਰਹਿੰਦਾ ਹੈ ਤੇ ਉਸਦਾ ਜੀਵਨ ਸੁਖਾਲਾ ਹੋ ਜਾਂਦਾ ਹੈ। ਇਹ ਮਾਇਆ ਜਿਸਨੇ ਤ੍ਰਿਭੁਵਨ ਨੂੰ, ਤਿੰਨੋਂ ਭਵਨਾਂ ਨੂੰ ਡਸਿਆ ਹੋਇਆ ਹੈ, ਆਪਣੀ ਗ੍ਰਿਫ ਵਿੱਚ ਰੱਖਿਆ ਹੋਇਆ ਹੈ, ਉਸ ਤੋਂ ਬਚਣ ਦੀ ਹੀ ਗੱਲ ਕੀਤੀ ਹੈ। ਜਿਵੇਂ ਸੱਪ ਜਦੋਂ ਡੰਗ ਮਾਰਦਾ ਹੈ ਤੇ ਉਸ ਦੇ ਡੰਗ ਦਾ ਅਸਰ ਦ੍ਰਿਸ਼ਟੀਮਾਨ ਹੁੰਦਾ ਹੈ, ਬੰਦਾ ਤੜਫਦਾ ਹੈ, ਨੀਲਾ ਪੈ ਜਾਂਦਾ ਹੈ, ਕਈ ਵਾਰੀ ਮੌਤ ਵੀ ਹੋ ਜਾਂਦੀ ਹੈ। ਇਸੇ ਤਰ੍ਹਾਂ ਮਾਇਆ ਵੀ ਜਦੋਂ ਡਸਦੀ ਹੈ ਤੇ ਜਿਵੇਂ ਅਸੀਂ ਪੰਚਮ ਪਾਤਸ਼ਾਹ ਦੇ ਸ਼ਬਦ ਵਿੱਚ ਸਮਝਿਆ ਹੈ ਕਿ ਉੱਥੇ ਦਿਸਦਾ ਹੈ, ਪਰ ਦਿਸਦਾ ਕਿਸ ਨੂੰ ਹੈ? ਜਿਸ ਤੇ ਪਰਮਾਤਮਾ ਦੀ ਬਖਸ਼ਿਸ਼ ਹੁੰਦੀ ਹੈ। ਪਹਿਲਾ ਬੰਦ ਦੇਖਦੇ ਹਾਂ, ਜਿਸ ਵਿੱਚ ਕਬੀਰ ਸਾਹਿਬ ਜੀ ਕਹਿੰਦੇ ਹਨ, ਸਰਪਨੀ ਤੇ ਉੱਪਰ ਨਹੀਂ ਬਲਿਆ, ਜਿਨਨੇ ਬ੍ਰਹਮਾ ਵਿਸ਼ਨ ਮਹਾਦੇਵ ਛਲਿਆ। ਹੁਣ ਸਪਨੀ ਮੋਹ ਦਾ ਡੰਗ ਮਾਰਨ ਵਾਲੀ ਮਾਇਆ ਤੇ ਉੱਪਰ ਉਸ ਤੋਂ ਵਧਿਕ ਜਾਂ ਉਸ ਤੋਂ ਜ਼ਿਆਦਾ ਨਹੀਂ ਬਲਿਆ ਤੋਂ ਭਾਵ ਹੈ ਬਲਵਾਨ ਨਹੀਂ ਹੈ। ਜਿੰਨੀ ਸਪਨੀ ਲਈ ਆਇਆ ਹੈ, ਜਿੰਨੀ ਵਰਡ ਜਿਹੜਾ ਹੈ ਸਪਨੀ ਲਈ ਵਰਤਿਆ ਹੈ। ਬ੍ਰਹਮਾ ਵਿਸ਼ਨ ਮਹਾਦੇਵ ਇੱਥੇ ਮਿੱਥੇ ਗਏ ਗੁਆਂਢੀ ਧਰਮਾਂ ਦੇ ਜਿਹੜੇ ਦੇਵਤੇ ਹਨ, ਉਹਨਾਂ ਲਈ ਵਰਤਿਆ ਹੈ। ਛਲਿਆ, ਛੱਲੇ ਗਏ। ਜਗਤ ਵਿੱਚ ਮਾਇਆ ਤੋਂ ਜ਼ਿਆਦਾ ਬਲਵਾਨ ਹੋਰ ਕੋਈ ਨਹੀਂ ਹੈ। ਇਹ ਮਾਇਆ ਐਡੀ ਤਾਕਤਵਰ ਹੈ ਕਿ ਇਸਨੇ ਬ੍ਰਹਮਾ, ਵਿਸ਼ਨੂੰ ਤੇ ਸ਼ਿਵ ਵਰਗੇ ਵੱਡੇ ਵੱਡੇ ਦੇਵਤਿਆਂ ਨੂੰ ਵੀ ਛਲ ਲਿਆ ਹੈ। ਘਰ ਕੀ ਨਾਇਕ ਘਰ ਵਾਸ ਨਾ ਦੇਵੇ, ਜਤਨ ਕਰੋ ਉਰਝਾਏ ਪਰੇਵੇ। धुर की पेजी आई आमर, नौखंड जीते सब थान थनंतर। तट तीरथ ना छोड़े जोग संन्यास, पढ़ थाके सिमरत बेद अभ्यास। ਇਹ ਮਾਇਆ ਮੇਰੇ ਹਿਰਦੇ ਘਰ ਦੀ ਮਾਲਕਨ ਬਣ ਬੈਠੀ ਹੈ, ਮੈਨੂੰ ਟਿਕਾ ਵਿੱਚ ਰਹਿਣ ਹੀ ਨਹੀਂ ਦਿੰਦੀ। ਇਹ ਬੜੀ ਪ੍ਰਬਲ ਹੈ, ਇਸ ਤੋਂ ਛੁਟਕਾਰਾ ਨਹੀਂ ਹੈ। ਇਸ ਵਿੱਚ ਦੋਨੋਂ ਪੱਖ ਰੱਖੇ ਹਨ ਗੁਰੂ ਸਾਹਿਬ ਨੇ ਕਿ ਤੁਰਗਤ ਦਰਗਾਹ ਤੋਂ ਤਾਂ ਇਹ ਸੇਵਕਾ ਬਣ ਕੇ ਭੇਜੀ ਗਈ ਸੀ, ਪਰ ਇਸਨੇ ਤਾਂ ਹਰ ਕਿਸੇ ਨੂੰ ਗਿਰਫਤ ਵਿੱਚ ਰੱਖਿਆ ਹੋਇਆ ਹੈ। ਫਿਰ ਤੀਜੇ ਬੰਦ ਵਿੱਚ ਦੂਜਾ ਪੱਖ ਰੱਖਿਆ ਕਿ ਹੋਛੀ ਸ਼ਰਨ ਪਿਆ ਰਹਿਣ ਨਾ ਪਾਈ। ਜੇ ਮੈਂ ਕਿਸੇ ਹੋਰ ਦੀ ਸ਼ਰਨ ਵਿੱਚ ਜਾਂਦਾ ਹਾਂ ਤੇ ਮੈਂ ਮਾਇਆ ਪਾਸੋਂ ਆਪਣੇ ਆਪ ਨੂੰ ਬਚਾ ਨਹੀਂ ਸਕਦਾ। ਕਹੋ ਮੀਤਾ ਹਾਂ ਕਹਿ ਪੈ ਜਾਈ। ਫਿਰ ਮੇਰੇ ਮਿੱਤਰ ਪ੍ਰਭੂ ਤੁਸੀਂ ਹੀ ਦੱਸੋ ਮੈਂ ਕਿੱਥੇ ਜਾਵਾਂ। ਇਹ ਦੋ ਪੱਖਾਂ ਵਿੱਚ ਸ਼ਬਦ ਚੱਲਦਾ ਹੈ। ਇਸ ਦੇ ਰਹਾਉ ਬੰਦ ਵਿੱਚ ਵੀ ਰਹਾਉ ਵੀ ਦੋ ਹਨ। ਦੂਜੇ ਰਹਾਉ ਵਿੱਚ ਜਵਾਬ ਦਿੰਦੇ ਹਨ ਕਿ ਘਰ ਮੇਰਾ ਇਹ ਨਾਇਕ ਹਮਾਰੀ, ਇਹ ਆਮਰ ਹਮ ਗੁਰ ਕੀਏ ਦਰਬਾਰੀ। ਪ੍ਰਭੂ ਦੇ ਮਿਲਨ ਨਾਲ ਹੁਣ ਹਿਰਦਾ ਘਰ ਮੇਰਾ ਆਪਣਾ ਹੋ ਗਿਆ ਹੈ।
ਤੇ ਹੁਣ ਇਹ ਮਾਇਆ ਮੇਰੀ ਆਮਰ ਤੋਂ ਬਹੁਤ ਦਾਸੀ ਹੋ ਗਈ ਹੈ ਤੇ ਹੁਣ ਇਹ ਮੇਰੇ ਕਹਿ ਮੁਤਾਬਕ ਚਲਦੀ ਹੈ। ਇਹ ਮਾਇਆ ਏਡੀ ਤਾਕਤਵਰ ਹੈ ਕਿ ਜਿਸਨੇ ਬ੍ਰਹਮਾ ਵਿਸ਼ਨੂੰ ਤੇ ਸ਼ਿਵ ਵਰਗੇ ਵੱਡੇ ਵੱਡੇ ਰੱਬ ਗਿਨੇ ਜਾਣ ਵਾਲੇ ਦੇਵਤਿਆਂ ਨੂੰ ਵੀ ਛੱਲਿਆ। ਇਹ ਮਾਇਆ ਤੋਂ ਜ਼ਿਆਦਾ ਛਲ ਵਾਲਾ ਦੁਨੀਆ ਵਿੱਚ ਹੋਰ ਕੋਈ ਨਹੀਂ ਹੈ। ब्रह्मा विष्णु महादेव त्रैगुण रोगी विच हौमै कार कमाई, जिन किए तिसे न चेते बपड़े, हर गुरमुख सोजी पाई। माया दे 3 गुना दे प्रभाव कारण ਗੁਆਂਢੀ ਮਤਾਂ ਦੇ ਮੰਨੇ ਜਾਂਦੇ ਵੱਡੇ ਦੇਵਤੇ ਵੀ ਹਉਮੈ ਵਿੱਚ ਕਾਰ ਕਰਨ ਕਰਕੇ ਉਹ ਵੀ ਇਸ ਦੇ ਪ੍ਰਭਾਵ ਤੋਂ ਬਚ ਨਾ ਸਕੇ। ब्रह्मा विष्णु महादेव त्रैगुण पूले हौमै मोह बधाया, पंडित पढ़ पढ़ मोनी पूले दूजे पाए चितलाया। इसी तरह जोगी जंगम सन्यासी पूले बिन गुर तत् न पाया। ये सारे ही इस दे अधीन ने, कोई भी इस तो बच नहीं पाया। पर मनमुख दुखिए सदा भ्रम भूले, तिन बिरथा जन्म गवाया। नानक नाम रते सेई जन समधे, जे आपे बख्श मिलाया। समधे तो भाव है जुड़े होए ਜਾਂ ਪੂਰਨ ਅਵਸਥਾ ਵਿੱਚ ਅਪੜੇ ਹੋਏ। ਜਿਸ ਤੇ ਪਰਮਾਤਮਾ ਦੀ ਮਿਹਰ ਹੋਈ ਉਸ ਦੀ ਪੂਰਨ ਅਵਸਥਾ ਵਾਲੇ ਭਾਵ ਕਾਮਯਾਬ ਜੀਵਨ ਵਾਲੇ ਹੁੰਦੇ ਹਨ। ਉਹ ਹੀ ਪੂਰਨ ਅਵਸਥਾ ਵਾਲੇ ਜਾਂ ਕਾਮਯਾਬ ਜੀਵਨ ਵਾਲੇ ਹੁੰਦੇ ਹਨ। ਨਹੀਂ ਤੇ ਸਾਰਾ ਜਗਤ ਜਿਹੜਾ ਹੈ ਇਹ ਮਾਇਆ ਦੀ ਭਟਕਣਾ ਵਿੱਚ ਹੀ ਫਸਿਆ ਪਿਆ ਹੈ। ਪਰ ਜਵਾਬ ਹੈ ਇਸਨੂੰ ਸ਼ੂਰਬੀਰ ਬਚਨ ਕੇ ਬਲੀ, ਕੌਲਾ ਬੱਪੜੀ ਸੰਤੀ ਛਲੀ। ਸੰਤ ਦੇ ਮੰਤਰ ਰਾਹੀਂ, ਸੰਤ ਦੇ ਬਚਨਾਂ ਰਾਹੀਂ, ਸੰਤ ਦੇ ਉਪਦੇਸ਼ ਰਾਹੀਂ ਇਸਨੂੰ ਛਲਿਆ ਜਾ ਸਕਦਾ ਹੈ। ਜਿਸਨੇ ਬ੍ਰਹਮਾ ਵਿਸ਼ਨ ਮਹਾਦੇਵ ਨੂੰ ਛਲਿਆ ਹੋਇਆ ਹੈ। ਇਸ ਛੱਲਣ ਵਾਲੀ ਨੂੰ ਵੀ ਛਲਿਆ ਜਾ ਸਕਦਾ ਹੈ। ਕਿਵੇਂ? ਸੰਤ ਦੇ ਬਚਨ ਰਾਹੀਂ। ਕਬੀਰ ਸਾਹਿਬ ਜੀ ਦੇ ਇਸ ਸ਼ਬਦ ਰਾਹੀਂ ਵੀ ਇਹੀ ਸਮਝਾਇਆ ਹੈ। ਏਕਾ ਨਿਰਭਉ ਬਾਤ ਸੁਨੀ, ਸੋ ਸੁਖੀਆ ਸੋ ਸਦਾ ਸੁਹੇਲਾ, ਜਾ ਗੁਰਮਿਲ ਗਾਏ ਗੁਨੀ। घर की नायक घर वास न देवे, जतन करो उरझाए परेवे। ਉੱਥੇ ਵੀ ਕਹਿੰਦੇ ਨੇ ਧੁਰ ਕੀ ਭੇਜੀ ਆਈ ਆਮਰ, ਨੌਖੰਡ ਚੀਤੇ ਸਭ ਥਾਨ ਤਨੰਤਰ। ਤਟ ਤੀਰਥ ਨਾ ਛੋੜੈ ਜੋਗ ਸੰਨਿਆਸ, ਪ੍ਰਭ ਥਾਕੇ ਸਿਮਰਤ ਬੇਦ ਅਭਿਆਸ। ਇਸ ਵਿੱਚ ਗੁਰੂ ਸਾਹਿਬ ਜੀ ਨੇ ਦੋਨੋਂ ਪੱਖ ਰੱਖੇ ਹਨ। ਇਹ ਬੜੀ ਪ੍ਰਬਲ ਹੈ, ਇਸ ਤੋਂ ਛੁਟਕਾਰਾ ਤੇ ਕੋਈ ਨਹੀਂ। ਇਸਨੇ ਤੇ ਹਰ ਕਿਸੇ ਨੂੰ ਆਪਣੇ ਗਿਰਫਤ ਵਿੱਚ ਰੱਖਿਆ ਹੈ। ਪਰ ਦੂਜਾ ਪੱਖ ਰੱਖਿਆ, ਹੋਛੀ ਸ਼ਰਨ ਪਿਆ ਰਹਿਣ ਨਾ ਪਾਈ, ਕੋ ਮੀਤਾ ਥੋਂ ਕਹਿ ਪੈ ਜਾਈ। ਕਿਸੇ ਹੋਰ ਦੀ ਸ਼ਰਨ ਪਿਆ ਇਹ ਮੇਰੇ ਤੋਂ ਦੂਰ ਨਹੀਂ ਜਾਂਦੀ, ਮੈਂ ਜਿੱਥੇ ਜਾਂਦਾ ਹਾਂ ਇਹ ਮੇਰੇ ਨਾਲ ਆ ਬੈਠਦੀ ਹੈ। ਜਿਸਨੇ ਤਿੰਨੋਂ ਭਵਨਾਂ ਨੂੰ ਡਸਿਆ ਹੋਇਆ ਹੈ, ਪਾਓ ਆਪਣੀ ਗਿਰਫਤ ਵਿੱਚ ਰੱਖਿਆ ਹੋਇਆ ਹੈ। ਹੁਣ ਦੂਸਰੇ ਬੰਦ ਵਿੱਚ ਫਿਰ ਕਬੀਰ ਸਾਹਿਬ ਜੀ ਸਮਝਾ ਰਹੇ ਹਨ। ਸਰਪਨੀ ਸਰਪਨੀ ਕਿਆ ਕਰੋ ਭਾਈ, ਜਿਨ ਸਾਚ ਪਛਾਨਿਆ ਤਿਨ ਸਰਪਨੀ ਖਾਈ। ਮਾਇਆ ਮਾਇਆ ਦੀ ਗੱਲ ਕਰਦੇ ਹੋ, ਬੜੀ ਭਿਆਨਕ ਹੈ, ਡਸ ਲੈਂਦੀ ਹੈ, ਇਸ ਤੋਂ ਬਚਿਆ ਨਹੀਂ ਜਾ ਸਕਦਾ। ਗੱਲਾਂ ਤਾਂ ਸੀ ਜੀਵਨ ਵਿੱਚ ਸੱਚ ਨੂੰ ਪਛਾਣਨ ਦੀ, ਗੱਲ ਤਾਂ ਸੀ ਕਿ ਜੀਵਨ ਵਿੱਚ ਸੱਚ ਨੂੰ ਪਛਾਣਨ ਦੀ, ਉਹ ਨਹੀਂ ਪਛਾਣਿਆ। ਨੈਣੋ ਨੀਂਦ ਪਰ ਦ੍ਰਿਸ਼ਟ ਵਿਕਾਰ, श्रवण सोए सुन निंद विचार। रसना सोई लोभ मीठे साध, मन सोया माया बिस्माद। फिर साध संग ओए दुष्ट वश होते, कर कृपा मोए सारंग पान। किसे ते काबू नहीं आउंदे, पर साध पाओ जिन्हें गुरु दी संगत कीती उस दे वश विच हुंदे ने। जिन साच पछानिया तिन सरपनी खाई।
ਤਨਾਸਰੀ ਰਾਗ ਵਿੱਚ ਪੰਚਮ ਪਾਤਸ਼ਾਹ ਦਾ ਇੱਕ ਹੋਰ ਸ਼ਬਦ ਹੈ, ਪ੍ਰਭ ਕੀ ਓਟ ਗਈ प्रभ की ओट गई तो छूटो, साध प्रसाद हर 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 गाए, बिखे ब्याद तब हूटो। ਇਹ ਸਾਰਾ ਹੀ ਸ਼ਬਦ ਮਾਇਆ ਤੇ ਹੈ, ਪਰ ਜਦ ਤੀਜਾ ਬੰਦ ਦੇਖਦੇ ਹਾਂ ਤੇ ਮਾਈ ਬਾਪ ਪੂਤ ਹਿਤ ਭਰਾਤਾ, ਉਨ ਘਰ ਘਰ ਮੇਲਿਓ ਦੁਆ, किसी वाद काट किसी पे सगले लर लर मुआ। ਇੱਥੇ ਵੀ ਆਮ ਅਰਥ ਕੀਤੇ ਜਾਂਦੇ ਨੇ, ਕਿਸੇ ਕੋਲ ਮਾਇਆ ਘੱਟ ਹੈ, ਕਿਸੇ ਕੋਲ ਵੱਧ। ਅਸੀਂ ਇਸ ਨੂੰ ਪੈਸਿਆਂ ਨਾਲ ਹੀ ਗਿਣੇ ਜਾਂਦੇ ਹਾਂ, ਉਸ ਲਈ ਲੜਦੇ ਪਏ ਹਾਂ, ਪਰ ਇਸ ਤਰ੍ਹਾਂ ਨਹੀਂ ਹੈ। ਕਿਸੇ ਦੇ ਜੀਵਨ ਵਿੱਚ ਮਾਇਆ ਦਾ ਪ੍ਰਭਾਵ ਘੱਟ ਹੈ, ਕਿਸੇ ਦੇ ਜੀਵਨ ਵਿੱਚ ਜ਼ਿਆਦਾ ਹੈ, ਪਰ ਮਰ ਸਾਰੇ ਮਾਇਆ ਦੀ ਮਾਰ ਵਿੱਚ ਹੀ ਰਹੇ ਨੇ। ਮਾਇਆ ਬਿਨਾ ਜ਼ਿੰਦਗੀ ਨਹੀਂ ਚੱਲਦੀ, ਸਾਰੇ ਵਿਕਾਸ ਸਾਰੇ ਕੰਮ ਰੁਕ ਜਾਣਗੇ। ਜਿਵੇਂ ਪਹਿਲੇ ਹੀ ਬੰਦ ਵਿੱਚ ਗੱਲ ਕੀਤੀ ਸੀ ਕਿ ਮਾਇਆ ਗੁਜਰਾਨ ਹੈ, ਪਰ ਗੁਰੂ ਸਾਹਿਬ ਉਸ ਮਾਇਆ ਦੀ ਗੱਲ ਕਰਦੇ ਨੇ ਜਿਸਨੇ ਰੱਬ ਨੂੰ ਭੁਲਾ ਦਿੱਤਾ। ਜਿਤ ਹਰ ਵਿਸਰੈ ਪਾਉ ਦੂਜਾ ਲਾਇਆ ਵਾਲੀ ਗੱਲ ਕੀਤੀ ਸੀ। ਜਿਨੇ ਰੱਬ ਨੂੰ ਭੁਲਾ ਦਿੱਤਾ ਉਸ ਮਾਇਆ ਦੀ ਗੱਲ ਕੀਤੀ ਹੈ। ਹੁਣ ਤੀਜੇ ਬੰਦ ਵਿੱਚ ਫਿਰ ਕਬੀਰ ਸਾਹਿਬ ਜੀ ਕਹਿੰਦੇ ਹਨ, ਸ੍ਰਪਨੀ ਤੇ ਆਨ ਛੂਛ ਨਹੀਂ ਅਵਰਾ, ਸ੍ਰਪਨੀ ਜੀਤੀ ਕਹਾਂ ਕਰੇ ਜਮਰਾ। ਆਨ ਤੋਂ ਭਾਵ ਹੈ ਕੋਈ ਹੋਰ ਜਾਂ ਦੂਜਾ, ਔਰ ਛੂਛ ਤੋਂ ਖਾਲੀ, ਜਿਸਨੂੰ ਸਖਣਾ ਵੀ ਕਹਿੰਦੇ ਆ। ਇੱਥੇ ਭਾਵ ਹੈ ਕਿ ਸ੍ਰਪਨੀ ਦੇ ਅਸਰ ਤੋਂ ਬਚਿਆ ਹੋਇਆ ਨਹੀਂ ਹੈ ਕੋਈ, ਨਹੀਂ ਅਵਰਾ ਹੋਰ ਕੋਈ। ਸ੍ਰਪਨੀ ਜੀਤੀ, ਜਿੱਤ ਹਾਸਲ ਕਰ ਲਈ ਜਾਂ ਜਿੱਤ ਗਈ, ਤੇ ਕਹਾਂ ਕਰੇ ਤੋਂ ਭਾਵ ਹੈ ਕੁਝ ਵਿਗਾੜ ਨਹੀਂ ਸਕਦਾ। ਜਮਰਾ ਜਮ ਲਈ ਆਇਆ ਹੈ, ਵਿਚਾਰਾ ਜਮ। ਇਸ ਦੇ ਪ੍ਰਭਾਵ ਤੋਂ ਬਚਿਆ ਕੋਈ ਵੀ ਨਹੀਂ ਹੈ। ਪ੍ਰਭਾਵ ਇਸ ਦਾ ਸਾਰਿਆਂ ਤੇ ਹੈ, ਪਰ ਜਿਸਨੇ ਸੱਚ ਨੂੰ ਪਛਾਣ ਲਿਆ ਫਿਰ ਉਹ ਜਿੱਤ ਗਿਆ। ਜਦੋਂ ਗੁਰੂ ਨੇ ਇਹ ਬਖਸ਼ਿਸ਼ ਕਰ ਦਿੱਤੀ ਤੇ ਉਹ ਮੰਤਰ ਸੁਣਾ ਦਿੱਤਾ, ਫਿਰ ਇਹ ਮੇਰੇ ਤੇ ਪ੍ਰਭਾਵ ਨਹੀਂ ਪਾ ਸਕਦੀ, ਕਿਉਂਕਿ ਇਹ ਮਾਇਆ ਰੂਪੀ ਸ੍ਰਪਨੀ ਉਸ ਪਰਮਾਤਮਾ ਨੇ ਆਪ ਪੈਦਾ ਕੀਤੀ ਹੈ। ਗੱਲ ਤਾਂ ਸੀ ਸ੍ਰਪਨੀ ਨੂੰ ਪਛਾਣਿਆ ਨਹੀਂ, ਇਹ ਕਿਸੇ ਦੇ ਕਾਬੂ ਨਹੀਂ ਆਉਂਦੀ। ਤਨਾਸਰੀ ਰਾਗ ਵਿੱਚ ਪੰਚਮ ਪਾਤਸ਼ਾਹ ਕਹਿੰਦੇ ਹਨ, ਪ੍ਰਭ ਕੀ ਓਟ ਗਈ ਤੋ ਛੂਟੋ, ਸਾਧ ਪ੍ਰਸਾਦ ਹਰ 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 ਗਾਏ, ਬਿਖੇ ਬਿਆਦ ਤਬ ਹੂਟੋ। ਇਸ ਦਾ ਜਦ ਤੀਜਾ ਬੰਦ ਅਸੀਂ ਦੇਖਦੇ ਹਾਂ ਤੇ ਮਾਈ ਬਾਪ ਪੂਤ ਹਿਤ ਭਰਾਤਾ, ਉਨ ਘਰ ਘਰ ਮੇਲਿਓ ਦੁਆ। ਇਸ ਮਾਇਆ ਨੇ ਮਾਂ ਪਿਓ ਪੁੱਤਰ ਮਿੱਤਰ ਭਰਾ ਸਭ ਦੇ ਦਿਲਾਂ ਵਿੱਚ ਵਿਤਕਰਾ ਪਾਇਆ ਹੋਇਆ ਹੈ। ਕਿਸੀ ਬਾਦ ਕਾਟ ਕਿਸੀ ਪੈ ਸਗਲੇ ਲਰ ਲਰ ਮੁਆ। ਕਿਸੇ ਕੋਲ ਮਾਇਆ ਘੱਟ ਹੈ, ਕਿਸੇ ਕੋਲ ਵੱਧ ਹੈ। ਇਸ ਤੋਂ ਭਾਵ ਹੈ ਕਿ ਕਿਸੇ ਤੇ ਮਾਇਆ ਦਾ ਘੱਟ ਪ੍ਰਭਾਵ ਹੈ, ਕਿਸੇ ਤੇ ਜ਼ਿਆਦਾ ਹੈ, ਭਲੇ ਉਹ ਘਰ ਦੇ ਇੱਕੋ ਪਰਿਵਾਰ ਦੇ ਬੰਦੇ ਨੇ। ਇੱਥੇ ਗੱਲ ਮਾਇਆ ਦੇ ਪ੍ਰਭਾਵ ਦੀ ਹੈ। ਮਾਇਆ ਦਾ ਪ੍ਰਭਾਵ ਹਰ ਕਿਸੇ ਤੇ ਵੱਖਰਾ ਵੱਖਰਾ ਹੈ। ਸ੍ਰਪਨੀ ਜੀਤੀ ਕਹਾਂ ਕਰੇ ਜਮਰਾ। ਚੌਥੇ ਬੰਦ ਵਿੱਚ ਕਬੀਰ ਸਾਹਿਬ ਜੀ ਸਮਝਾ ਰਹੇ ਹਨ ਕਿ ਇਹ ਸ੍ਰਪਨੀ ਤਾਂ ਕੀ ਕੀਤੀ ਹੋਈ, ਬਲ ਅਬਲ ਕਿਆ ਇਸਤੇ ਹੋਈ। ਬਲ ਤੋਂ ਭਾਵ ਹੈ ਜ਼ੋਰ ਜਾਂ ਜਿੱਤ, ਅਬਲ ਕਮਜ਼ੋਰੀ ਜਾਂ ਹਾਰ। ਬਲ ਅਬਲ ਕਿਆ ਇਸਤੇ ਹੋਈ, ਇਸ ਦੇ ਰੱਬੀ ਹੁਕਮ ਤੇ ਕਿਸੇ ਦਾ ਜ਼ੋਰ ਥੋੜੀ ਹੈ। ਇਹ ਮਾਇਆ ਉਸ ਪਰਮਾਤਮਾ ਦੀ ਬਣਾਈ ਹੋਈ ਹੈ, ਜਿਸਨੂੰ ਅਸੀਂ ਤੀਜੇ ਬੰਦ ਵਿੱਚ ਵੀ ਸਮਝਿਆ ਹੈ ਕਿ ਇਸ ਦਾ ਆਪਣਾ ਜ਼ੋਰ ਨਹੀਂ ਹੈ ਕਿ ਕਿਸੇ ਤੇ ਪ੍ਰਭਾਵ ਪਾਏ ਜਾਂ ਨਾ ਪਾਏ। ਜਦ ਗੁਰੂ ਨੇ ਇਹ ਮੰਤਰ ਸੁਣਾ ਦਿੱਤਾ, ਭਾਵ ਬਖਸ਼ਿਸ਼ ਕਰ ਦਿੱਤੀ ਕਿ ਇਹ ਸ੍ਰਪਨੀ ਤਾਂ ਕੀ ਉਪਾਈ ਹੈ, ਉਸਦੀ ਉਪਾਈ ਹੈ। ਜਿਸਨੇ ਅੱਖਾਂ ਬੰਦ ਕਰ ਲਈਆਂ ਉਸ ਲਈ ਅੰਧੇਰਾ ਹੋਣਾ ਲਾਜ਼ਮੀ ਹੈ, ਤੇ ਫਿਰ ਜੇ ਅੱਖਾਂ ਬੰਦ ਕਰਕੇ ਤੁਰਨ ਦੀ ਕੋਸ਼ਿਸ਼ ਕਰਾਂਗੇ ਤੇ ਟੱਕਰ ਖਾਣੀ ਵੀ ਲਾਜ਼ਮੀ ਹੈ। ਇਸੇ ਤਰ੍ਹਾਂ ਜੇ ਮਾਇਆ ਦੇ ਅਧੀਨ ਜੀਵਾਂਗੇ ਤੇ ਅੰਧੇਰਾ ਵੀ ਹੈ, ਤੇ ਅਗਿਆਨਤਾ ਦਾ ਅੰਧੇਰਾ ਵੀ ਹੈ, ਤੇ ਨਾਲ ਠੋਕਰਾਂ ਵੀ ਨੇ, ਚੋਟਾਂ ਵੀ ਨੇ ਜਮ ਵਾਲੀਆਂ। ਫਿਰ ਉਸ ਤੋਂ ਬਚਿਆ ਨਹੀਂ ਜਾ ਸਕਦਾ।
ਕਬੀਰ ਸਾਹਿਬ ਜੀ ਦੇ ਸ਼ਲੋਕਾਂ ਵਿੱਚ ਵੀ ਇਹ ਪ੍ਰਕਰਣ ਪੂਰਾ ਚੱਲਦਾ ਹੈ, ਜਿੱਥੇ ਕਹਿੰਦੇ ਹਨ ਕਿ ਕਬੀਰ ਐਸਾ ਕੋਈ ਨਾ ਜਨਮਿਓ ਆਪਣੇ ਕਰ ਲਾਵੇ ਆਗ। ਇਸ ਸ਼ਲੋਕ ਵਿੱਚ ਵੀ ਕਬੀਰ ਜੀ ਇਹੀ ਸਮਝਾ ਰਹੇ ਹਨ ਕਿ ਇਸ ਤਰ੍ਹਾਂ ਦਾ ਕੋਈ ਵਿਰਲਾ ਹੀ ਹੁੰਦਾ ਹੈ ਜੋ ਆਪਣੇ ਸਰੀਰਕ ਮੋਹ ਨੂੰ ਸਾੜਦਾ ਹੈ ਜਾਂ ਤਿਆਗਦਾ ਹੈ। ਤੇ ਫਿਰ ਪਾਂਚੋ ਲੜਕਾ ਜਾਰ ਕੇ ਰਹੇ ਰਾਮ ਲਿਵ ਲਾਗ। ਮਾਇਆ ਦਾ ਪ੍ਰਭਾਵ ਪਾਣ ਵਾਲੇ ਪੰਜੋ ਵਿਕਾਰਾਂ ਨੂੰ, ਜਿਸਨੂੰ ਕਿ ਪਾਂਚੋ ਲੜਕਾ ਕਿਹਾ ਹੈ, ਉਹਨਾਂ ਨੂੰ ਤਿਆਗ ਕੇ ਸੁਰਤ ਪਰਮਾਤਮਾ ਵਿੱਚ ਜੋੜੀ ਰੱਖਦਾ ਹੈ। ਤੇ ਤਨ ਦੀ ਗੱਲ ਵੀ ਕੀਤੀ ਹੈ, ਕਬੀਰ ਐਸਾ ਕੋ ਨਹੀਂ ਇਹ ਤਨ ਦੇਵੈ ਫੂਕ। ਤੇ ਦੋਨੋਂ ਗੱਲਾਂ ਕੀਤੀਆਂ ਹਨ। ਉਹ ਤਨ ਕਿਹੜਾ ਹੈ ਜਿਹੜਾ ਇੱਥੇ ਕਿਹਾ ਹੈ, ਉਹ ਮਾਇਆ ਵਾਲਾ ਤਨ ਹੈ। ਅੰਧਾ ਲੋਕ ਨਾ ਜਾਣੇ ਰਹੋ ਕਬੀਰਾ ਕੂਕ। ਜਗਤ ਮੋਹ ਵਿੱਚ ਇਤਨਾ ਫਸਿਆ ਹੋਇਆ ਹੈ ਕਿ ਇਸ ਨੂੰ ਆਪਣੀ ਭਲਾਈ ਦੀ ਵੀ ਸਮਝ ਨਹੀਂ ਹੈ। ਰਹੋ ਕਬੀਰਾ ਕੂਕ, ਭਾਵੇਂ ਕਬੀਰ ਸਾਹਿਬ ਕਹਿੰਦੇ ਹਨ, ਭਾਵੇਂ ਮੈਂ ਉੱਚੀ ਉੱਚੀ ਦੱਸ ਰਿਹਾ ਹਾਂ, ਜਿਵੇਂ ਅਸੀਂ ਕਿਸੇ ਨੂੰ ਆਵਾਜ਼ ਮਾਰੀਏ ਤੇ ਉਹ ਨਾ ਸੁਣੇ ਤੇ ਕਹਿ ਦਿੰਦੇ ਹਾਂ, ਕਿਸੇ ਕੋਲੋਂ ਵੀ ਕਿਸ ਵੇਲੇ ਦੀ ਆਵਾਜ਼ਾਂ ਪਈ ਮਾਰਦੀ ਹਾਂ ਤੇ ਸੁਣਾਈ ਨਹੀਂ ਦਿੰਦਾ। ਇਸੇ ਤਰ੍ਹਾਂ ਕਬੀਰ ਜੀ ਵੀ ਕਹਿ ਰਹੇ ਹਨ, ਕੋਈ ਵਿਰਲਾ ਹੀ ਹੈ ਜਿਸਨੂੰ ਇਹ ਗੱਲ ਸਮਝ ਆਉਂਦੀ ਹੈ, ਨਹੀਂ ਤੇ ਮੋਹ ਵਿੱਚ ਗਲਤ ਹੋਇਆ ਨੂੰ ਆਪਣੇ ਚੰਗੇ ਬੁਰੇ ਦੀ ਸਮਝ ਵੀ ਨਹੀਂ ਆਉਂਦੀ। ਤੇ ਪੰਜਵੇਂ ਤੇ ਅਖੀਰਲੇ ਬੰਦ ਵਿੱਚ ਕਬੀਰ ਸਾਹਿਬ ਸਮਝਾਉਂਦੇ ਹਨ, ਇਹ ਬਸਤੀ ਸਰੀਰ ਵਿੱਚ ਹੈ, ਇਹ ਬਸਤੀ ਤਾਂ ਬਸਤ ਸ਼ਰੀਰਾ, ਗੁਰ ਪ੍ਰਸਾਦ ਸਹਿਜ ਤਰੇ ਕਬੀਰਾ। ਇਹ ਬਸਤੀ ਜਿਤਨਾ ਚਿਰ ਇਹ ਮਾਇਆ ਰੂਪ ਸੁਪਨੀ ਮਨੁੱਖ ਦੇ ਮਨ ਵਿੱਚ ਵਸਦੀ ਹੈ, ਤੇ ਸਹਿਜ ਤੋਂ ਭਾਵ ਜੱਜੇ ਨੂੰ ਔਂਕੜ ਹੈ, ਸਹਿਜ ਵਿੱਚ ਮਾਇਆ ਦੇ ਪ੍ਰਭਾਵ ਤੋਂ ਅਡੋਲ ਰਹਿ ਕੇ ਜਿਤਨਾ ਚਿਰ ਇਹ ਮਾਇਆ ਮਨੁੱਖ ਦੇ ਮਨ ਵਿੱਚ ਵਸਦੀ ਹੈ, ਤਦ ਤੱਕ ਜੀਵ ਸ਼ਰੀਰਾਂ ਵਿੱਚ ਭਾਵ ਜਨਮ ਮਰਨ ਦੇ ਚੱਕਰਾਂ ਵਿੱਚ ਪਿਆ ਰਹਿੰਦਾ ਹੈ। ਪਰ ਕਬੀਰ ਗੁਰੂ ਦੀ ਕਿਰਪਾ ਨਾਲ ਇਸ ਦੇ ਪ੍ਰਭਾਵ ਤੋਂ ਬਚ ਗਿਆ ਹੈ। ਕਬੀਰ ਐਸਾ ਕੋਈ ਨ ਜਨਮਿਓ ਆਪਣੇ ਕਰ ਲਾਵੇ ਆਗ। ਪਾਂਚੋ ਲੜਕਾ ਜਾਰ ਕੇ ਰਹੇ ਰਾਮ ਲਿਵ ਲਾਗ। ਅਜਿਹਾ ਕੋਈ ਵਿਰਲਾ ਹੀ ਮਿਲਦਾ ਹੈ ਜੋ ਆਪਣੇ ਸਰੀਰਕ ਮੋਹ ਨੂੰ ਤਿਆਗ ਕੇ ਮਾਇਆ ਦੇ ਪੰਜਾਂ ਪੁੱਤਰਾਂ ਨੂੰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੂੰ ਸਾੜ ਕੇ ਪਰਮਾਤਮਾ ਨਾਲ ਸਾਂਝ ਬਣਾਉਂਦਾ ਹੈ, ਸੁਰਤ ਜੋੜਦਾ ਹੈ। ਤਨ ਦੀ ਗੱਲ ਵੀ ਕੀਤੀ ਹੈ ਕਿ ਇਹ ਤਨ ਫੂਕ ਦੇ, ਦੋਨੋਂ ਗੱਲਾਂ ਕੀਤੀਆਂ ਹਨ ਕਿ ਉਹ ਤਨ ਕਿਹੜਾ ਹੈ, ਮਾਇਆ ਵਾਲਾ ਤਨ ਜਿਹੜਾ ਇੱਥੇ ਕਿਹਾ ਹੈ ਕਿ ਇਹ ਬਸਤੀ ਤਾਂ ਬਸਤ ਸ਼ਰੀਰਾ, ਇਹ ਸਰੀਰ ਵਿੱਚ ਵਸਦੀ ਹੈ। ਇਹ ਸਰੀਰ ਜਿਹੜਾ ਮਾਇਆ ਨੇ ਆਪਣਾ ਖੜਾ ਕੀਤਾ ਹੈ, ਜਿਸ ਵਿੱਚ ਨੈਣੋ ਨੀਰ ਪਰ ਦ੍ਰਿਸ਼ਟ ਵਿਕਾਰ ਹੈ, ਉਹ ਤਨ ਕਿਹੜਾ ਹੈ, ਮਾਇਆ ਵਾਲਾ। ਗੁਰ ਪ੍ਰਸਾਦ ਸਹਿਜ ਤਰੇ ਕਬੀਰਾ। ਤੇ ਕਬੀਰ ਸਾਹਿਬ ਕਹਿੰਦੇ ਹਨ, ਗੁਰੂ ਦੀ ਬਖਸ਼ਿਸ਼ ਨਾਲ ਮੈਂ ਤੇ ਸਹਿਜੇ ਹੀ ਤਰ ਗਿਆ। ਕਬੀਰ ਸਾਹਿਬ ਇਸ ਗੱਲ ਦਾ ਦਾਅਵਾ ਕਰਦੇ ਪਏ ਨੇ ਕਿ ਮੈਂ ਉੱਥੋਂ ਸਹਿਜੇ ਹੀ ਤਰ ਗਿਆ ਹਾਂ। ਇਹ ਮਨੁੱਖਾ ਜਨਮ ਸਾਨੂੰ ਸਚਿਆਰ ਬਣਨ ਲਈ ਪ੍ਰਾਪਤ ਹੋਇਆ ਹੈ, ਤੇ ਇਸ ਲਈ ਜ਼ਰੂਰੀ ਹੈ ਕਿ ਸਰੀਰਕ ਮੋਹ ਤਿਆਗ ਕੇ ਵਿਕਾਰਾਂ ਨਾਲ ਜੋ ਸਾਡੀ ਸਾਂਝ ਬਣੀ ਹੈ ਉਸ ਨੂੰ ਤਿਆਗਣ ਦਾ ਯਤਨ ਕਰੀਏ। ਮਾਇਆ ਸਰੀਰਕ ਨਿਰਵਾਹ ਲਈ ਪਰਿਵਾਰਕ ਜ਼ਿੰਮੇਵਾਰੀਆਂ ਪੂਰੀਆਂ ਕਰਨ ਲਈ ਜ਼ਰੂਰੀ ਹੈ, ਪਰ ਇਸ ਨੂੰ ਹੀ ਜ਼ਿੰਦਗੀ ਦਾ ਮਕਸਦ ਨਹੀਂ ਸਮਝਣਾ ਹੈ। ਗੁਰੂ ਦੇ ਦੱਸੇ ਰਾਹ ਤੇ ਚੱਲ ਕੇ ਗੁਰੂ ਦੀ ਕਿਰਪਾ ਦੇ ਪਾਤਰ ਬਣਨ ਦਾ ਯਤਨ ਕਰਨਾ ਹੈ। ਇਸ ਜਗਤ ਖੇਡ ਵਿੱਚ ਮਾਇਆ ਮੁੱਖ ਨਾਇਕਾ ਹੈ। ਪਰਮਾਤਮਾ ਆਪ ਅਦ੍ਰਿਸ਼ਟ ਹੈ, ਪਰ ਉਸ ਦੀ ਮਾਇਆ ਕਈ ਰੂਪਾਂ ਵਿੱਚ ਵਰਤ ਕੇ ਪਰਮਾਤਮਾ ਵੱਲੋਂ ਬਖਸ਼ੀਕਾਰ ਕਰ ਰਹੀ ਹੈ। ਮਾਇਆ ਬੁਰੀ ਵਸਤੂ ਨਹੀਂ ਹੈ, ਇਸ ਤੇ ਹੋਏ ਸੋ ਨਾ ਹੀ ਬੁਰਾ। ਮਨੁੱਖੀ ਜੀਵਨ ਦੇ ਨਿਰਵਾਹ ਲਈ ਅਤੇ ਜੀਵਨ ਦੇ ਵਿਕਾਸ ਲਈ ਜ਼ਰੂਰੀ ਹੈ, ਪਰ ਵਰਤੋਂ ਯੋਗ ਤਰ੍ਹਾਂ ਨਾਲ ਕਰਨੀ ਹੈ। ਮਾਇਆ ਦੇ ਰਸਾਂ ਦੀ ਜੀਵਨ ਵਿੱਚ ਵੱਖਰੀ ਥਾਂ ਹੈ। ਇਹ ਰਸ ਆਪਣੇ ਆਪ ਵਿੱਚ ਮਿੱਠੇ ਤੇ ਸੁਖਦਾਈ ਹਨ, ਪਰ ਸ਼ਰਤ ਹੈ ਕਿ ਇਹਨਾਂ ਦੀ ਪ੍ਰਾਪਤੀ ਲਈ ਯੋਗ ਸਾਧਨ ਵਰਤੇ ਜਾਣ ਅਤੇ ਮਿਲਣ ਤੋਂ ਬਾਅਦ ਇਹਨਾਂ ਦੀ ਵਰਤੋਂ ਸੰਜਮ ਨਾਲ ਕੀਤੀ ਜਾਵੇ ਅਤੇ ਮਾਇਆ ਦੇ ਰਸ ਮਾਣਦੇ ਹੋਏ ਮਨੁੱਖ ਦਾ ਚਿੱਤ
ਇਹ ਦਾਤਾਂ ਦੇਣ ਵਾਲੇ ਦਾਤਾਰ ਦੀ ਯਾਦ ਵਿੱਚ ਅਤੇ ਸ਼ੁਕਰਾਨੇ ਵਿੱਚ ਜੁੜਿਆ ਰਵੇ। ਇਤਨੀ ਬੇਨਤੀ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ और ਜੀ यहाँ